ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ, ਗੁਰਬਾਣੀ ਨੂੰ ਛੱਡ ਕੇ ਕਿਤੇ ਵੀ ਦੂਰ ਨਹੀਂ ਜਾਵਾਂਗੇ। ਆਪਣੇ ਮਨ ਦੇ ਵਲਵਲੇ ਜਿਹੜੇ ਆਪਣੇ ਅੰਦਰ ਹੀ ਦਬਾ ਲਓ। ਉਹ ਇੱਕ ਇਲਜ਼ਾਮ ਸਾਡੇ ਉੱਪਰ ਲਾ ਰਹੇ ਹੈ, ਸਾਡੀ ਟੀਮ ਦੇ ਉੱਪਰ ਲਾ ਰਹੇ ਹੈ, ਭਾਈ ਰਣਜੀਤ ਸਿੰਘ ਦੇ ਉੱਪਰ ਲਾ ਰਹੇ ਆ। ਇਹ ਕਹਿੰਦੇ ਆ ਕਿ ਇਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ। ਗੁਰੂ ਨਾਨਕ ਨਾਲ ਜਿਹੜਾ ਨਾਨਕ ਦੇ ਨਾਲ ਗੁਰੂ ਲੱਗਿਆ, ਉਹ ਇਸ ਕਰਕੇ ਅਸੀਂ ਸਤਿਕਾਰ ਦੇ ਨਾਲ ਪਹਿਲਾਂ ਵੀ ਸਿੱਖਾਂ ਨੇ ਲਾਇਆ ਤੇ ਅੱਜ ਵੀ ਲਾਉਨੇ ਹਾਂ। ਗੁਰੂ ਤਰਫੋਂ ਨਹੀਂ ਜੰਮੇ, ਤੁਸੀਂ ਕੋਈ ਹੋਰ ਗੁਰੂ ਦੇ ਸਿੱਖ ਨਹੀਂ ਬਣ ਗਏ। ਜਿਹੜਾ ਹੋਰ ਕੋਈ ਤਰੀਕਾ ਨਹੀਂ ਹੈ ਤੁਹਾਡਾ, ਹੋਰ ਰਾਹ ਨਹੀਂ ਆਏ ਤੁਸੀਂ ਜਿਹੜੇ ਸਾਨੂੰ ਅੱਜ ਰੋਕੋਗੇ ਕਿ ਤੁਸੀਂ ਇਹ ਅਰਥ ਕਿਉਂ ਕੀਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਮੈਂ ਵਿਚਾਰ ਆਪ ਜੀ ਦੇ ਸਾਹਮਣੇ ਰੱਖਣੀ ਆ ਉਹ ਇਹ ਹੈ ਕਿ ਕਾਫੀ ਸਮੇਂ ਤੋਂ ਜਿਹੜੇ ਜਾਗਰੂਕ ਹੈ, ਮਿਸ਼ਨਰੀ ਹੈ, ਜਾਂ ਭਾਵੇਂ ਉਹ ਕੋਈ ਸੰਪਰਦਾਇ ਟਕਸਾਲੀ ਹੋਣ, ਉਹ ਇੱਕ ਇਲਜ਼ਾਮ ਸਾਡੇ ਉੱਪਰ ਲਾ ਰਹੇ ਹੈ, ਸਾਡੀ ਟੀਮ ਦੇ ਉੱਪਰ ਲਾ ਰਹੇ ਹੈ, ਭਾਈ ਰਣਜੀਤ ਸਿੰਘ ਦੇ ਉੱਪਰ ਲਾ ਰਹੇ ਆ। ਇਹ ਕਹਿੰਦੇ ਆ ਕਿ ਇਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ, ਇਹ ਗਿਆਨ ਨੂੰ ਗੁਰੂ ਕਹਿੰਦੇ ਆ। ਅੱਜ ਮੈਂ ਜਿਹੜੀ ਇੱਕ ਗੱਲ ਕਰਨੀ ਆ ਉਹ ਖਾਸ ਕਰ ਸਰਦਾਰ ਅਜੈਪਾਲ ਸਿੰਘ, ਇੱਕ ਜਾਗਰੂਕ, ਜਿਨੇ ਇੱਕ ਵੀਡੀਓ ਦੇ ਰਾਹੀਂ ਬਹੁਤ ਹੀ ਕਮੀਨਗੀ ਦੇ ਨਾਲ, ਜਿੱਥੇ ਇਹ ਕਿਹਾ ਜਾਂਦਾ ਕਿ ਕੁਦਰਤੀ ਗਿਆਨ, ਕੁਦਰਤ ਵਿੱਚ ਸਮਾਏ ਹੋਏ ਗਿਆਨ ਦੀ ਗੱਲ, ਉਹਨੇ ਸ਼ਬਦ ਉੱਥੇ ਕੁਦਰਤੀ ਗਿਆਨ ਦੀ ਥਾਂ ਤੇ ਦੁਨਿਆਵੀ ਗਿਆਨ ਕਹਿ ਕੇ ਸੰਬੋਧਨ ਕੀਤਾ ਹੈ। ਸੋ ਇਸ ਕਰਕੇ ਮੇਰੀ ਇਸ ਵੀਡੀਓ ਨੂੰ ਸੁਣਨ ਤੋਂ ਪਹਿਲਾਂ ਤੁਸੀਂ ਅਜੈਪਾਲ ਸਿੰਘ ਦੀ, ਸਰਦਾਰ ਅਜੈਪਾਲ ਸਿੰਘ ਦੀ ਵੀਡੀਓ ਜ਼ਰੂਰ ਸੁਣਿਓ। ਉਹ ਸੁਣਨ ਤੋਂ ਬਾਅਦ ਫਿਰ ਆਪਾਂ ਉਹਦੇ 'ਤੇ ਜਿਹੜੀ ਵਿਚਾਰ ਕਰਨੀ ਆ ਉਹ ਜ਼ਰੂਰ ਦੇਖਿਓ। ਅਜੈਪਾਲ ਸਿੰਘ ਇੱਕ ਗੱਲ ਕਹਿੰਦਾ ਹੈ ਕਿ ਇਹ ਗੁਰਬਾਣੀ ਨੂੰ ਗੁਰੂ ਨਹੀਂ ਕਹਿੰਦੇ, ਇਹ ਦੁਨਿਆਵੀ ਗਿਆਨ ਨੂੰ ਗੁਰੂ ਕਹਿੰਦੇ। ਲੇਕਿਨ ਐਸਾ ਕਿਤੇ ਵੀ ਨਹੀਂ ਹੈ ਕਿ ਇਹ ਕਿਹਾ ਗਿਆ ਹੋਵੇ ਦੁਨਿਆਵੀ ਗਿਆਨ ਗੁਰੂ ਹੈ। ਇਹ ਕਿਹਾ ਗਿਆ ਹੈ ਕਿ ਕੁਦਰਤੀ ਗਿਆਨ, ਜਿਹੜਾ ਕੁਦਰਤ ਵਿੱਚ ਸਮਾਇਆ ਹੋਇਆ ਸਮੁੱਚਾ ਗਿਆਨ, ਉਹ ਗੁਰੂ ਹੈ। ਪਰ ਇਸ ਨੇ ਜਾਣ ਬੁੱਝ ਕੇ ਕੁਦਰਤੀ ਗਿਆਨ ਦੇ ਥਾਂ ਤੇ ਜਾਂ ਪਸਰੇ ਹੋਏ ਗਿਆਨ ਦੇ ਥਾਂ ਤੇ ਸ਼ਬਦ ਦੁਨਿਆਵੀ ਗਿਆਨ ਵਰਤਿਆ ਤਾਂ ਕਿ ਲੋਕਾਂ ਤੇ ਭਾਰ ਪਾਇਆ ਜਾ ਸਕੇ। ਆਓ ਹੁਣ ਉਹਦੀ ਵੀਡੀਓ ਦੇ ਵਿੱਚ ਹੋਰ ਗੱਲਾਂ ਦਾ ਜ਼ਿਕਰ ਕਰੀਏ। ਇਹ ਕਹਿਣ ਲੱਗਿਆ ਕਿ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਦੀ ਅਹਿਮੀਅਤ ਨੂੰ ਘਟਾਇਆ ਜਾ ਰਿਹਾ ਹੈ। ਇੱਕ ਸ਼ਬਦ ਨੇ ਵਰਤਿਆ ਕਿ ਜੇ ਦੁਨਿਆਵੀ ਗਿਆਨ ਨੂੰ ਗੁਰੂ ਕਹਿ ਦਈਏ, ਹੁਣ ਇੱਥੇ ਦੁਨਿਆਵੀ ਗਿਆਨ ਉਹਨੇ ਕਿਹਾ, ਮੈਂ ਇਸ ਲਈ ਦੁਨਿਆਵੀ ਸ਼ਬਦ ਇੱਥੇ ਵਰਤਾਂਗਾ। ਕਹਿਣ ਲੱਗਾ ਕਿ ਜੇ ਦੁਨਿਆਵੀ ਗਿਆਨ ਨੂੰ ਗੁਰੂ ਕਹਿ ਦਈਏ ਤਾਂ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਇੱਕ ਦੁਨਿਆਵੀ ਕਿਤਾਬ ਨਾਲੋਂ ਘਟ ਜਾਣੀ ਹੈ। ਅਜੈਪਾਲ ਸਿੰਘ ਜੀ ਜਵਾਬ ਦਿਓ, ਜਾਂ ਹੋਰ ਜਿਹੜੇ ਵੀ ਕੋਈ ਇਹੋ ਜਿਹੇ ਪ੍ਰਚਾਰਕ ਨੇ ਉਹ ਜਵਾਬ ਦਿਓ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਇੱਕ ਆਮ ਦੁਨਿਆਵੀ ਕਿਤਾਬ ਨਾਲੋਂ ਕਿਵੇਂ ਘਟ ਜਾਏਗੀ। ਦੱਸੋ ਤਾਂ ਸਹੀ ਕਿ ਕਿਵੇਂ ਆਮ ਕਿਤਾਬ ਨਾਲੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟੇਗੀ, ਦਾ ਜਵਾਬ ਦਿਓ। ਅੱਗੇ ਗੱਲ ਕਰਦੇ ਨੇ ਕਿ ਇਹ ਗੁਰੂ ਨੂੰ ਆਮ ਟੀਚਰ ਦੀ ਤਰ੍ਹਾਂ ਵੇਖਦੇ ਨੇ। ਇੱਥੇ ਅਸੀਂ ਇੱਕ ਗੱਲ ਕਹਿੰਦੇ ਆ ਕਿ ਗੁਰੂ ਗਿਆਨ ਹੈ। ਬਹੁਤ ਸਾਰੀਆਂ ਐਗਜ਼ਾਮਪਲਾਂ ਅੱਗੇ ਆਪਾਂ ਗੱਲ ਕਰਾਂਗੇ, ਪਰ ਜਿਹੜਾ ਗੁਰੂ ਸ਼ਬਦ ਨਾਨਕ ਪਾਤਸ਼ਾਹ ਨਾਲ ਲੱਗਿਆ, ਅੰਗਦ ਪਾਤਸ਼ਾਹ ਨਾਲ ਲੱਗਿਆ, ਗੁਰੂ ਗੋਬਿੰਦ ਸਿੰਘ ਤੱਕ ਗੁਰੂ ਸ਼ਬਦ ਲੱਗਿਆ, ਇਹ ਜਿਹੜਾ ਗੁਰੂ ਸ਼ਬਦ ਹੈ ਇਹ ਉਸ ਤਰ੍ਹਾਂ ਲੱਗਿਆ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਗੁਰੂ ਦਾ ਗੁਰੂ ਜਿਹੜਾ ਦੱਸਿਆ ਉਹ ਸ਼ਬਦ ਗੁਰੂ ਕਿਹਾ, ਯਾਨੀ ਭਾਵ ਗਿਆਨ ਗੁਰੂ, ਸਮੁੱਚਤਾ ਦੇ ਵਿੱਚ ਸਮਾਇਆ ਹੋਇਆ, ਸਮੁੱਚੀ ਕੁਦਰਤ ਵਿੱਚ ਸਮਾਇਆ ਹੋਇਆ ਗਿਆਨ, ਸਮਝ, ਅਕਲ, ਇਹਨੂੰ ਕਈ ਸ਼ਬਦਾਂ ਵਿੱਚ ਵਰਤ ਲਈਏ, ਯਾਨੀ ਗਿਆਨ ਗੁਰੂ, ਸ਼ਬਦ ਗੁਰੂ ਹੈ। ਪਰ ਗੁਰੂ ਨਾਨਕ ਨਾਲ, ਜਿਹੜਾ ਨਾਨਕ ਦੇ ਨਾਲ ਗੁਰੂ ਲੱਗਿਆ, ਉਹ ਇਸ ਕਰਕੇ ਅਸੀਂ ਸਤਿਕਾਰ ਦੇ ਨਾਲ ਪਹਿਲਾਂ ਵੀ ਸਿੱਖਾਂ ਨੇ ਲਾਇਆ ਤੇ ਅੱਜ ਵੀ ਲਾਉਨੇ ਹਾਂ, ਕਿਉਂਕਿ ਸਾਡੇ ਭਾਰਤ ਦੇ ਵਿੱਚ ਇੱਕ ਟੀਚਰ, ਅਧਿਆਪਕ ਕੋਈ ਵੀ ਹੋਵੇ, ਕਿਸੇ ਵੀ ਤਰ੍ਹਾਂ ਦੀ ਗੱਲ ਸਿਖਾਉਣ ਵਾਲਾ, ਉਹਨੂੰ ਗੁਰੂ ਕਿਹਾ ਜਾਂਦਾ ਸੀ ਤੇ ਅੱਜ ਵੀ ਕਈ ਥਾਂ ਤੇ ਕਿਹਾ ਜਾਂਦਾ ਹੈ। ਇਸ ਕਰਕੇ ਨਾਨਕ ਪਾਤਸ਼ਾਹ ਨਾਲ ਗੁਰੂ, ਨਾਨਕ ਪਾਤਸ਼ਾਹ ਨੇ ਕਦੇ ਆਪਣੇ ਆਪ ਨੂੰ ਗੁਰੂ ਨਹੀਂ ਕਿਹਾ। ਨਾਨਕ ਪਾਤਸ਼ਾਹ ਨੇ ਇਹ ਨਹੀਂ ਕਿਹਾ ਕਿ ਮੈਂ ਗੁਰੂ ਹਾਂ। ਨਾਨਕ ਪਾਤਸ਼ਾਹ ਨੇ ਜਾਂ ਅੰਗਦ ਪਾਤਸ਼ਾਹ ਨੇ ਨਹੀਂ ਕਿਹਾ ਕਿ ਮੈਂ ਗੁਰੂ ਹਾਂ, ਬਲਕਿ ਉਹਨਾਂ ਨੇ ਕਿਹਾ ਕਿ ਸ਼ਬਦ ਗੁਰੂ ਹੈ, ਗਿਆਨ ਗੁਰੂ ਹੈ, ਬਾਣੀ ਗੁਰੂ ਹੈ, ਇਹ ਸ਼ਬਦ ਵਰਤੇ ਨੇ। ਲੇਕਿਨ ਆਪਣੇ ਆਪ ਨੂੰ ਗੁਰੂ ਉਹਨਾਂ ਨਹੀਂ ਅਖਵਾਇਆ। ਅੱਗੇ ਆਪਾਂ ਹੋਰ ਸਮਝਾਂਗੇ ਇਸ ਗੱਲ ਨੂੰ।
ਅੱਗੇ ਉਹਨਾਂ ਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਅਜੈਪਾਲ ਸਿੰਘ ਨੇ ਇਹਦੇ ਅਰਥ ਕਰਨ ਲੱਗਿਆਂ ਬੜੀ ਹੈਰਾਨੀ ਵਾਲੇ ਅਰਥ ਕੀਤੇ ਨੇ। ਕਹਿਣ ਲੱਗਿਆ ਕਿ ਗੁਰੂ ਤੋਂ ਬਿਨਾਂ ਜਿੱਥੇ ਕਿਹਾ ਗਿਆ 100 ਚੰਦਾ ਤੇ ਹਜ਼ਾਰਾਂ ਸੂਰਜ ਦੀ ਗੱਲ ਕਹੀ ਹੈ, ਉਹਨੇ ਦੇ ਅਰਥ ਕਰ ਦਿੱਤੇ ਨੇ ਹੋਰ ਧਾਰਮਿਕ ਗ੍ਰੰਥ ਜਾਂ ਹੋਰ ਧਾਰਮਿਕ ਗੁਰੂ, ਦੋ ਅਰਥ ਕੀਤੇ ਨੇ, ਹੋਰ ਧਾਰਮਿਕ ਗ੍ਰੰਥ ਹੋਰ। ਲੇਕਿਨ ਗੁਰਬਾਣੀ ਦੇ ਵਿੱਚ ਜਾਂ ਟੀਕਿਆਂ ਦੇ ਵਿੱਚ ਅੱਜ ਤੱਕ ਕਦੇ ਕਿਸੇ ਨੇ ਇਹਦੇ ਅਰਥ ਇਹ ਨਹੀਂ ਕੀਤੇ ਕਿ 100 ਚੰਦਾ ਕਿਹਨੂੰ ਕਿਹਾ ਗਿਆ, ਹਜ਼ਾਰ ਸੂਰਜ ਕਿਹਨੂੰ ਕਿਹਾ ਗਿਆ। ਇਹ ਨਹੀਂ ਕਿਹਾ ਗਿਆ ਕਿ ਉੱਥੇ ਧਾਰਮਿਕ ਗ੍ਰੰਥਾਂ ਦਾ ਜ਼ਿਕਰ ਕੀਤਾ ਹੈ। ਉੱਥੇ ਸਿਰਫ ਇਹ ਕਿਹਾ ਜੇ 100 ਚੰਦਾ ਉਗਵੇਂ। ਹੁਣ 100 ਚੰਦਾ ਦਾ ਅਰਥ ਇਹ ਕਿਵੇਂ ਲਿਆ ਜਾਏਗਾ ਕਿ ਇਹ ਧਾਰਮਿਕ ਗ੍ਰੰਥਾਂ ਨੂੰ ਕਿਹਾ ਜਾ ਰਿਹਾ ਜਾਂ ਇਹ ਟੀਚਰਾਂ ਨੂੰ, ਅਧਿਆਪਕਾਂ ਨੂੰ ਕਿਹਾ ਜਾ ਰਿਹਾ। ਪਰ ਉਸ ਦਾ ਭਾਰ ਵਜਨ ਵਧਾਉਣ ਦੇ ਲਈ ਇਹਨੇ ਉਹਦੇ ਭਾਵ ਅਰਥ ਇਹ ਕਰ ਦਿੱਤੇ ਕਿ 100 ਚੰਦਾ ਜਾਂ ਹਜ਼ਾਰਾਂ ਸੂਰਜ ਇੱਥੇ ਧਾਰਮਿਕ ਗ੍ਰੰਥਾਂ ਨੂੰ ਕਿਹਾ ਗਿਆ ਹੈ। ਅੱਗੇ ਅਜੈਪਾਲ ਸਿੰਘ ਕਹਿੰਦਾ ਕਿ ਗੁਰੂ ਉਹ ਹੈ ਜਿਹੜਾ ਅੰਤਰ ਆਤਮੇ ਹਨੇਰਾ ਦੂਰ ਕਰਦਾ। ਮੇਰਾ ਸਵਾਲ ਹੈ ਕਿ ਅਜੈਪਾਲ ਸਿੰਘ ਤੇ ਹੋਰ ਜਿੰਨੇ ਪ੍ਰਚਾਰਕ ਇਹਦੇ ਵਾਂਗੂ ਸੋਚਦੇ ਨੇ ਉਹ ਦੱਸਣ ਕਿ ਅੰਤਰ ਆਤਮੇ ਹਨੇਰਾ ਕੀ ਹੁੰਦਾ ਹੈ, ਕਿਹੜਾ ਹੁੰਦਾ ਅੰਤਰ ਆਤਮੇ ਹਨੇਰਾ। ਮੈਨੂੰ ਜਿਸ ਤੱਕ ਸਮਝ ਆਈ ਹੈ ਕਿ ਇੱਕ ਤਾਂ ਸਰੀਰ ਦਾ ਗਿਆਨ ਹੁੰਦਾ, ਇੱਕ ਮਨ ਦਾ ਯਾਨੀ ਦਿਮਾਗ ਦਾ ਗਿਆਨ ਹੁੰਦਾ, ਮਾਨਸਿਕ ਗਿਆਨ, ਤੇ ਇੱਕ ਸਰੀਰ ਦੇ ਅੰਗਾਂ ਦਾ ਗਿਆਨ, ਇੱਕ ਪਰਿਵਾਰ ਦਾ ਗਿਆਨ, ਇੱਕ ਸੰਸਾਰ ਦੀਆਂ ਹੋਰਾਂ ਚੀਜ਼ਾਂ ਦਾ ਗਿਆਨ, ਅਨੇਕਾਂ ਤਰ੍ਹਾਂ ਦਾ ਅਲੱਗ-ਅਲੱਗ ਗਿਆਨ ਹੈ। ਇਹਨਾਂ ਦੇ ਵਿੱਚ ਇੱਕ ਮਾਨਸਿਕ ਗਿਆਨ ਆ, ਉਹ ਵੀ ਹੀ ਇਸ ਦੁਨੀਆ ਦੇ ਵਿੱਚ ਮਾਨਸਿਕ ਡਾਕਟਰ ਵੀ ਬਹੁਤ ਮਿਲਦੇ ਆ, ਯਾਨੀ ਮਾਨਸਿਕ ਗਿਆਨ ਹੋਣਾ ਤੇ ਗੱਲ ਹੈ। ਪਰ ਅੰਤਰ ਆਤਮੇ ਹਨੇਰਾ ਕਿਹੜਾ ਹੁੰਦਾ, ਕਿਹੜੀ ਆਤਮਾ ਨੂੰ ਕਿਹੜੇ ਤਰ੍ਹਾਂ ਦਾ ਹਨੇਰਾ ਹੁੰਦਾ, ਉਹ ਜ਼ਰੂਰ ਦੱਸਿਓ। ਅੱਗੇ ਇਹਨਾਂ ਨੇ ਸ਼ਬਦ ਵਰਤਿਆ ਜੀ, ਕਹਿੰਦੇ ਕਿ ਬਾਣੀ ਨੂੰ ਗੁਰੂ ਨਹੀਂ ਕਹਿੰਦੇ, ਲੇਕਿਨ ਕਿਤੇ ਵੀ ਇਹੋ ਜਿਹਾ ਸ਼ਬਦ ਨਹੀਂ ਕਦੇ ਕਿਹਾ ਗਿਆ ਸਾਡੇ ਵੱਲੋਂ ਕਿ ਬਾਣੀ ਗੁਰੂ ਨਹੀਂ ਹੈ। ਪਰ ਉੱਥੇ ਬਾਣੀ ਦਾ ਮੀਨਿੰਗ ਕੀ ਹੈ, ਬਾਣੀ ਕਿਹਨੂੰ ਕਿਹਾ ਜਾ ਰਿਹਾ ਹੈ। ਇਹਨੇ ਸ਼ਬਦ ਜਿਹੜੀ ਐਗਜ਼ਾਮਪਲ ਅੱਗੇ ਵਰਤੀ ਹੈ, ਗੁਰਬਾਣੀ ਇਸ ਜਗ ਮੈਂ ਚਾਨਣ ਹਰ ਕਰਤਾ ਆਪ ਮੂੰਹੋਂ ਕਢਾਏ। ਕਹਿਣ ਲੱਗੇ ਆਪ ਦੇਖ ਲਓ ਕਿ ਗੁਰਬਾਣੀ ਹੀ ਇਸ ਜਗ ਦੇ ਵਿੱਚ ਚਾਨਣ ਦੇਣ ਵਾਲੀ ਹੈ। ਗੁਰਬਾਣੀ ਤੋਂ ਯਾਨੀ ਇੱਥੇ ਗੁਰਬਾਣੀ ਦਾ ਅਰਥ ਉਹਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਹੋਏ 1430 ਪੰਨਿਆਂ ਦੇ ਵਿੱਚ ਲਿਖੀ ਹੋਈ ਬਾਣੀ ਨਾਲ ਕੀਤਾ ਹੈ। ਕਹਿਣ ਲੱਗੇ ਗੁਰਬਾਣੀ ਜਗ ਵਿੱਚ ਚਾਨਣ ਹੈ, ਗੁਰਬਾਣੀ ਨੇ ਕਿਹਾ, ਤੇ ਇਹ ਬਾਣੀ ਕਿਹੜੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੋਈ ਆ। ਯਾਨੀ ਜਦੋਂ ਗੁਰਬਾਣੀ ਜਾਂ ਬਾਣੀ ਸ਼ਬਦ ਕਿਤੇ ਵੀ ਆਇਆ, ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਹੋਏ ਸ਼ਬਦਾਂ ਦਾ ਜ਼ਿਕਰ ਇਹਨਾਂ ਕੀਤਾ। ਪਰ ਉਸੇ ਸ਼ਬਦ ਦੇ ਵਿੱਚ ਇਹ ਭੁੱਲ ਗਏ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 61 ਅੰਕ ਦੇ ਉੱਪਰ ਸੁਭਾਏਮਾਨ ਹੈ। ਸ਼੍ਰੀ ਰਾਗ ਦੇ ਵਿੱਚ ਤੀਜੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸ਼ਬਦ ਹੈ। ਜਿਸ ਸ਼ਬਦ ਵਿੱਚ ਇਹ ਕਿਹਾ ਗਿਆ ਗੁਰਬਾਣੀ ਇਸ ਜਗ ਮਹਿ ਚਾਨਣ, ਇੱਥੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ 1430 ਅੰਕਾਂ ਦੇ ਉੱਪਰ ਲਿਖੀ ਹੋਈ ਉਸ ਸ਼ਬਦਾਂ ਨੂੰ ਨਹੀਂ ਕਿਹਾ ਗਿਆ। ਇਹਨੂੰ ਪੂਰੀ ਤਰ੍ਹਾਂ ਜੇ ਸਮਝਣਾ ਹੈ ਤਾਂ ਵੇਖ ਲਓ, ਇਸੇ ਸ਼ਬਦ ਨੂੰ ਜੇ ਪੂਰਾ ਪੜ੍ਹੋਗੇ ਅੱਗੇ ਪਤਾ ਲੱਗ ਜਾਣਾ। ਪਰ ਮੈਂ ਕੁਝ ਟੂਕ ਮਾਤਰ ਗੱਲਾਂ ਦੇਣੀਆਂ ਕਿਉਂਕਿ ਵੀਡੀਓ ਲੰਬੇਰੀ ਹੋ ਜਾਏਗੀ। ਅਜੈਪਾਲ ਸਿੰਘ ਜੀ ਇਹ ਦੱਸੋਗੇ ਕਿ ਇਸੇ ਸ਼ਬਦ ਦੇ ਵਿੱਚ ਜਿਹੜੇ ਵਿੱਚ ਇਹ ਕਿਹਾ ਗਿਆ ਗੁਰਬਾਣੀ ਇਸ ਜਗ ਮੈਂ ਚਾਨਣ ਦੇ ਵਿੱਚ ਅੱਗੇ ਜਾ ਕੇ ਜ਼ਿਕਰ ਆਉਂਦਾ ਹੈ, ਉਸੇ ਸ਼ਬਦ ਦੇ ਵਿੱਚ ਸ਼੍ਰੀ ਰਾਗ ਦੇ ਵਿੱਚ ਅੰਕ 67 ਦੇ ਉੱਪਰ ਕਿ ਨਾਮਾ ਛੀਬਾ ਕਬੀਰ ਜੁਲਾਹਾ ਪੂਰੇ ਗੁਰਤੇ ਗੱਤ ਪਾਈ। ਨਾਮਦੇਵ ਜਿਹੜੇ ਛਿੰਬੇ ਨੇ, ਕਬੀਰ ਜਿਹੜੇ ਜੁਲਾਹੇ ਨੇ, ਉਹਨਾਂ ਨੇ ਪੂਰੇ ਗੁਰੂ ਤੋਂ ਗੱਤ ਪਾਈ ਹੈ। ਜੇ ਗੁਰੂ ਗ੍ਰੰਥ ਸਾਹਿਬ ਦੇ 1430 ਪੰਨੇ ਜਿਹੜੇ ਨੇ ਇਹਨਾਂ ਵਿੱਚ ਲਿਖੇ ਹੋਏ ਸ਼ਬਦ ਗੁਰੂ ਹੈ ਤਾਂ ਨਾਮਦੇਵ ਵੇਲੇ ਗੁਰੂ ਗ੍ਰੰਥ ਸਾਹਿਬ ਨਹੀਂ ਹੈ, ਕਬੀਰ ਜੀ ਵੇਲੇ ਗੁਰੂ ਗ੍ਰੰਥ ਸਾਹਿਬ ਮੌਜੂਦ ਨਹੀਂ ਹੈ। ਫਿਰ ਨਾਮਦੇਵ ਜੀ ਦੇ ਗੁਰੂ ਕੌਣ ਹੈ, ਕਬੀਰ ਜੀ ਦੇ ਗੁਰੂ ਕੌਣ ਹੈ? ਹੋਰ ਪਿੱਛੇ ਚਲੇ ਜਾਓ, ਸ਼ੇਖ ਫਰੀਦ ਜੀ ਦਾ ਤਾਂ ਜਨਮ ਹੀ ਬਹੁਤ ਕਰੀਬਨ 1 ਸਦੀ ਪਹਿਲਾਂ ਹੋ ਚੁੱਕਿਆ ਤੇ ਉਹਨਾਂ ਦੀ ਜਿਹੜੀ ਉਹ ਚੜ੍ਹਾਈ ਵੀ ਕਰ ਚੁੱਕੇ ਨੇ, ਮੌਤ ਵੀ ਉਹਨਾਂ ਦੀ ਹੋ ਚੁੱਕੀ ਹੈ ਬੜਾ ਟਾਈਮ ਪਹਿਲਾਂ। ਉਦੋਂ ਗੁਰੂ ਗ੍ਰੰਥ ਸਾਹਿਬ ਕਿਤੇ ਨਹੀਂ। ਗੁਰੂ ਨਾਨਕ ਸਾਹਿਬ ਦੇ ਵੀ ਜਨਮ ਤੋਂ ਪਹਿਲਾਂ ਸ਼ੇਖ ਫਰੀਦ ਜੀ ਚੜ੍ਹਾਈ ਕਰ ਗਏ ਨੇ। ਤਾਂ ਫਿਰ ਸ਼ੇਖ ਫਰੀਦ ਜੀ ਦਾ ਗੁਰੂ ਕੌਣ ਹੈ? ਕਿਉਂਕਿ ਸ਼ੇਖ ਫਰੀਦ ਜੀ ਵੀ ਸ਼ਬਦ ਵਰਤਦੇ ਨੇ, ਜੋ ਗੁਰ ਦੱਸੈ ਵਾਟ ਮੁਰੀਦਾਂ ਜੋ ਲੀਐ। ਸ਼ੇਖ ਫਰੀਦ ਜੀ ਦੇ ਸ਼ਬਦ ਦੇ ਵਿੱਚ ਹੈ ਕਿ ਉਹਨਾਂ ਦਾ ਗੁਰੂ ਫਿਰ ਕੌਣ ਹੈ। ਉੱਥੇ ਗੁਰੂ ਕੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਨੂੰ ਕਿਹਾ ਗਿਆ, ਕੀ ਕਬੀਰ ਜੀ ਦੇ ਸ਼ਬਦਾਂ ਨੂੰ ਕਿਹਾ ਗਿਆ, ਕੀ ਨਾਮਦੇਵ ਜੀ ਦੇ ਸ਼ਬਦਾਂ ਨੂੰ ਕਿਹਾ ਗਿਆ, ਕੀ 6 ਗੁਰੂਆਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਨੂੰ ਗੁਰੂ ਕਿਹਾ ਗਿਆ। ਜਦੋਂ ਸ਼ੇਖ ਫਰੀਦ ਕਹਿੰਦੇ ਨੇ ਜੋ ਗੁਰ ਦੱਸੈ ਵਾਟ, ਉੱਥੇ ਗੁਰੂ ਕਿਹਨੂੰ ਕਿਹਾ ਹੈ? ਫਿਰ ਇੱਕ ਸ਼ਬਦ ਹੋਰ ਵੇਖ ਲਓ, ਗੁਰੂ ਗ੍ਰੰਥ ਸਾਹਿਬ ਵਿੱਚ ਆਸਾ ਕੀ ਵਾਰ ਵਿੱਚ ਜ਼ਿਕਰ ਆਉਂਦਾ ਹੈ, ਬਿਨ ਸਤਿਗੁਰ ਕਿਨੇ ਨਾ ਪਾਇਓ।
बिन सतगुर किने ना पाया। इत्थे मतलब है सच नूं, जे तुहाडी भाषा विच कह लईए रब नूं, कि सच तो सतगुर किने ना, बिन सतगुर किने ना पायो, सतगुरु तो बिना किसी ने नहीं पाया, ना पहला ना अज। तो फिर शेख फरीद जी नूं गुरु कित्थों मिलिया सी? शेख फरीद दा गुरु कौन सी? शेख फरीद जी दा गुरु, नामदेव जी दा गुरु, कबीर जी दा गुरु कौन है? क्योंकि उस वेले गुरु ग्रंथ साहब दे लिखे हुए आ 1430 शब्द जिहड़े आ ये मौजूद नहीं है। हुण इत्थे तुसीं अगे जाके अर्थ कोई होर करोगे, वो वखरी गल्लां मैं अगे आवांगा। अगे कहंदे ब्रह्म के बेते शब्द पछाणै, उस शब्द विच नामा छीबा कबीर जुलाहा पूरे गुरते गत पाई, ब्रह्म के बेते शब्द पछाणै हਉ मैं जात गवाई। यानी ब्रह्म नूं समझण वाले शब्द की पछाण करदे। इत्थे शब्द किहनूं कहा गया है? कि गुरु ग्रंथ साहब के शब्दों नूं शब्द कहा गया है, क्योंकि कबीर जी वेले, नामदेव जी वेले शब्द गुरु ग्रंथ साहब वाले नहीं है। अगे कहते सुर नर तिन की बाणी गावें, गल नामदेव ते कबीर जी की आ रही है। इत्थे शब्द आया बाणी अगे कि सुर नर तिन की बाणी गावें। इत्थे बाणी किहनूं कहा गया है? कबीर जी ते नामदेव जी की बाणी नूं अगे इन्हां दी गल चल रही है, तो इन्हां दी बाणी नूं यानी ब्रह्म नूं समझण वालियां दी बाणी नूं देवते ते मनुख सुर नर तिन की बाणी गावें, कोई ना मिटै भाई, कोई मिटा नहीं सकता। इत्थे बाणी का की मीनिंग है? कि गुरु ग्रंथ साहब जी के 1430 अंक है। हुण जदों ये शब्द असीं वरदे इत्थे ये ना तुसीं अपने वल्लों ये मीनिंग लाया करो कि असीं गुरु ग्रंथ साहब जी की बाणी के खिलाफ हाँ, जां असीं गुरबाणी नूं जिहड़े तरीके नाल तुसीं कहने हो कि असीं गुरु ग्रंथ साहब नालों किसी नूं तोड़दे हैं, ये मीनिंग अपने तरफों ना जोड़िया करो। असीं सिर्फ ये अर्थ पुछदे हैं कि इत्थे बाणी का मीनिंग की गुरु ग्रंथ साहब के शब्द है। जदों कहंदे ब्रह्म के बेते शब्द पछाणै, इत्थे शब्द का मतलब कि गुरु ग्रंथ साहब के शब्द है। जदों कहा गया सतगुर बिन सतगुर किने ना पायो, तो उत्थे सतगुरु का मतलब कि गुरु ग्रंथ साहब है, क्योंकि कबीर जी वेले गुरु ग्रंथ साहब नहीं, नामदेव जी वेले गुरु ग्रंथ साहब नहीं, शेख फरीद वेले गुरु ग्रंथ साहब नहीं। तो गुरबाणी दे विचों ये शब्द है कि सतगुर मेरा सदा सदा ना आवे ना जाए। जे सतगुरु सदा सदा है तो गुरु ग्रंथ साहब की संपादना 1604 विच हुई है, तो गुरु तो कदे आउंदा ते जांदा नहीं, गुरु तो सदा सदा है। जे गुरु सदा सदा है, गुरु नानक साहब का प्रकाश तो 1469 विच होया, उत्थे गुरु फिर किहनूं कहा गया है? वो गुरु शब्द किस लिए आया है? सतगुरु मेरा सदा सदा ना आवे ना जाए। अगे जाके ये फिर अगली जी नवीं गल करते हैं। अगे एक एग्जाम्पल इन्होंने दिती, एग्जाम्पल दिती, कहन लगे ये दुनियावी ज्ञान नूं गुरु कहते। हुण अजयपाल सिंह दे बोल है कि जे दुनियावी ज्ञान गुरु है। इत्थे पहली गल तो मैं फिर दोहरा दियाँ कि दुनियावी ज्ञान कदे नहीं वरतिया, कुदरती ज्ञान क्या है? समाया होया समुच्चा कुदरत दे विच ज्ञान हर थां तो जिहड़ा सानूं मिलदा है। गुरबाणी दे विच, गुरु ग्रंथ साहब दे विच किन्नियां एग्जाम्पलां उदाहरणां कदे पशुआं दियां आईयां, कदे पंछियां दियां आईयां। वो सारियां एग्जाम्पलां जिन्नियां आईयां, वो सारे पंछी, वो पशु, वो जानवर, वो दरख्त, वो पत्ते, वो दरिया, वो समुंदर, सारा कुछ दुनिया दे विच है। उहदे विचों लिया होया ज्ञान, कुदरत विचों सिੱਖਿਆ होया। रोड़े तो सीखना, धूड़ तो मिट्टी तो सीखना, पानी तो सीखण दीयां जिहड़ियां गल्लां कीतियां गईयां, वो कुदरत विचों लिया होया ज्ञान, वो ज्ञान गुरु कहा गया है। पर इन्हों ने जान के कहा कि जे दुनियावी ज्ञान गुरु है तो वह कहने लगे कि एक चोर है जिहड़ा, इन्होंने पहला भी कई बार यह गल्लां कीतियां ने कि जे चोर चोरी करता है तो चोरी करन दा ज्ञान भी गुरु दिंदा है। इन्हां दे शब्द ने, लेकिन कदे ये नहीं कहा जिवें इन्हें विच एग्जाम्पल दी कि मनो कि एक चोर है, चोर ने एक ताला तोड़ना है, उन्होंने वेखना पवेगा ताला डिजिटल है कि दूसरा है, फिर वो निजमां नूं समझेगा डिजिटल है कि दूजा है, निजमां नूं समझ के फिर वो चोरी कर लेगा। ताकि ये ज्ञान गुरु दिंदा है, फिर इहनूं गुरु कहांगे? नहीं भाई, तू गल पूरी नहीं कीती कि जदों कोई चोर चोरी करन जाएगा, जे वो चोरी दे बारे सिखेगा कि हाँ इदां दा ताला इदां तोड़ना, ये चीज़ां मैं चकनियां, तो उदों बाद अगे ज्ञान मुक नहीं जाता। अगे फिर उन्होंने उहदा पता भी होएगा कि जे मैं चोरी करदा फड़िया गया तो चोरी करन दा ज्ञान, फड़े जाण तो बाद मैनूं सज़ा की मिलनी है, चोरी दा धन मैं घरे लैके जावांगा, मेरे बच्चों का जीवन किहो जिहा होना है,
ਉਹ ਗਿਆਨ ਵੀ ਉਹਨੂੰ ਨਾਲ ਉਸੇ ਲਾਈਨ ਦੇ ਵਿੱਚ, ਉਸੇ ਧਾਰਾ ਦੇ ਵਿੱਚ ਆਏਗਾ ਕਿ ਜੇ ਮੈਂ ਅੱਜ ਚੋਰੀ ਦਾ ਮਾਲ ਆਪਣੇ ਬੱਚਿਆਂ ਨੂੰ ਜਾ ਕੇ ਦੇਵਾਂਗਾ ਤਾਂ ਮੇਰੇ ਬੱਚੇ ਵੀ ਚੋਰੀ ਕਰਨ ਦੇ ਹੱਕ ਵਿੱਚ ਹੋ ਜਾਣਗੇ, ਉਹ ਆਪ ਚੋਰੀਆਂ ਕਰਨਗੇ, ਜਿਹੜਾ ਬਾਹਰ ਚੋਰੀ ਕਰਦਾ ਉਹ ਘਰ ਵਿੱਚ ਵੀ ਚੋਰੀ ਕਰੇਗਾ। ਇਹ ਸਾਰਾ ਗਿਆਨ ਵੀ ਉਸ ਚੋਰ ਨੂੰ ਉਸੇ ਦੁਨਿਆਵੀ ਗਿਆਨ ਦੇ ਵਿੱਚੋਂ ਹੀ ਆਉਂਦਾ ਹੈ। ਜੇ ਚੋਰੀ ਕਰਨ ਦਾ ਗਿਆਨ ਦੁਨਿਆਵੀ ਗਿਆਨ ਸਿਰਫ ਇੱਥੇ ਨਾ ਮੁਕਾ ਦਿਆ ਕਰੋ ਕਿ ਚੋਰੀ ਦਾ ਗਿਆਨ ਨਹੀਂ, ਚੋਰੀ ਦੇ ਗਿਆਨ ਤੋਂ ਬਾਅਦ, ਚੋਰੀ ਕਰਨ ਤੋਂ ਬਾਅਦ ਫੜੇ ਜਾਣ ਦੀ ਸਜ਼ਾ ਵੀ ਯਾਦ ਹੁੰਦੀ ਹੈ, ਤੇ ਚੋਰੀ ਦੇ ਗਿਆਨ ਤੋਂ ਬਾਅਦ ਇਹ ਵੀ ਪਤਾ ਹੁੰਦਾ ਕਿ ਜੇ ਮੈਂ ਸਜ਼ਾ ਤੋਂ ਬਚ ਗਿਆ ਤਾਂ ਮੇਰੇ ਬੱਚਿਆਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ, ਮੇਰਾ ਜੀਵਨ, ਮੇਰਾ ਆਪਣਾ ਮਨੋਬਲ ਕਿਹੜਾ ਉਹ ਕਿਹੋ ਜਿਹਾ ਹੋਵੇਗਾ, ਉਹ ਸਾਰੇ ਕਾਸੇ ਦਾ ਗਿਆਨ ਵੀ ਨਾਲ ਹੀ ਹੋਵੇਗਾ। ਇਸ ਕਰਕੇ ਐਗਜ਼ਾਮਪਲ ਦੇਣੀ ਹੈ ਤਾਂ ਪੂਰੀ ਦਿੱਤੀ ਜਾਵੇ, ਅਧੂਰੀ ਨਹੀਂ। ਅੱਗੇ ਕਹਿੰਦੇ ਨੇ ਕਿ ਵਿਗਿਆਨੀਆਂ ਦਾ ਗਿਆਨ, ਕਹਿਣ ਲੱਗੇ ਦੁਨਿਆਵੀ ਗਿਆਨ ਆ ਜਿਹੜਾ, ਉਹ ਮੰਨੋ ਕਿ ਵਿਗਿਆਨੀ ਜਿਹੜੇ ਖੋਜ ਕਰਦੇ ਆ ਉਹ ਖੋਜਾਂ ਬਦਲਦੀਆਂ ਰਹਿੰਦੀਆਂ, ਇਹ 'ਚ ਕੋਈ ਸ਼ੱਕ ਨਹੀਂ ਕਿ ਜਿੰਨੇ ਵਿਗਿਆਨ ਸਾਇੰਟਿਸਟ ਖੋਜਾਂ ਕਰਦੇ ਆ ਬਹੁਤ ਸਾਰੀਆਂ, ਤੇ ਉਹ ਹੌਲੀ ਹੌਲੀ ਅੱਗੇ ਦੀ ਅੱਗੇ ਹੋਰ ਖੋਜ ਕਰਦੇ ਰਹਿੰਦੇ ਆ, ਤੇ ਖੋਜ ਜਿਹੜੀ ਪੁਰਾਣੀ ਹੈ ਜੇ ਠੀਕ ਨਾ ਹੋਵੇ ਤਾਂ ਉਹਨੂੰ ਕਿਹਾ ਜਾਂਦਾ ਕਿ ਠੀਕ ਨਹੀਂ ਸੀ, ਆ ਹੁਣ ਨਵੀਂ ਖੋਜ ਠੀਕ ਹੈ। ਪਰ ਕਦੇ ਕਿਸੇ ਸਾਇੰਸਦਾਨ ਨੇ ਇਹ ਨਹੀਂ ਕਿਹਾ ਕਿ ਨਵੀਂ ਖੋਜ ਕਰਨੀ ਗੁਨਾਹ ਹੈ। ਨਵੀਂ ਖੋਜ ਕੋਈ ਕਰ ਹੀ ਨਹੀਂ ਸਕਦਾ, ਕਿਉਂਕਿ ਮੈਂ ਦੱਸ ਦਿੱਤੀ ਆ ਗੱਲ, ਮੈਂ ਆ ਸਿਧਾਂਤ ਕਾਇਮ ਕਰ ਦਿੱਤਾ ਤੇ ਹੁਣ ਕੋਈ ਹੋਰ ਵਿਗਿਆਨੀ ਇਸ ਤੇ ਖੋਜ ਨਹੀਂ ਕਰ ਸਕਦਾ। ਉਹਨਾਂ ਨੇ ਕਦੇ ਰਾਹ ਨਹੀਂ ਰੋਕਿਆ। ਪਰ ਜਦੋਂ ਅੱਜ ਤੁਸੀਂ ਇੱਕ ਗੱਲ ਹਮੇਸ਼ਾ ਕਹਿੰਦੇ ਹੋ ਕਿ ਗੁਰਬਾਣੀ ਦੇ ਅਰਥ ਕੋਈ ਬੰਦਾ ਅਖੀਰੀ ਨਹੀਂ ਕਰ ਸਕਦਾ, ਤੇ ਅੱਜ ਜਦੋਂ ਕੋਈ ਨਵੇਂ ਅਰਥ ਕਰਨ ਦੀ ਗੱਲ ਕਰਦਾ ਹੈ ਤੇ ਉੱਥੇ ਤੁਸੀਂ ਕਹਿੰਦੇ ਹੋ ਹੁਣ ਇਹ ਅਰਥ ਨਹੀਂ ਕਰ ਸਕਦਾ, ਇਹ ਗੱਲ ਇੱਦਾਂ ਨਹੀਂ ਕਹਿ ਸਕਦਾ ਗਾ। ਇਹ ਤੁਸੀਂ ਰੋਕਦੇ ਹੋ, ਕਦੇ ਕੋਈ ਵਿਗਿਆਨਕ ਕਦੇ ਦੂਜੇ ਵਿਗਿਆਨੀ ਨੂੰ ਨਹੀਂ ਰੋਕਦਾ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਵਿਗਿਆਨ ਦੇ ਕੀਤੇ ਹੋਈਆਂ ਕਈਆਂ ਖੋਜਾਂ ਨੂੰ ਕੋਈ ਦੁਨੀਆ ਦਾ ਬੰਦਾ ਨਹੀਂ ਬਦਲ ਸਕਦਾ। ਜਿਵੇਂ ਧਾਰਮਿਕ ਗ੍ਰੰਥਾਂ ਵਿੱਚ ਜਾਂ ਬਾਈਬਲ ਦੇ ਵਿੱਚ ਇਹ ਗੱਲ ਜੇ ਲਿਖੀ ਹੋਈ ਸੀ ਕਿ ਜਿਹੜੀ ਧਰਤੀ ਆ ਉਹ ਚਪਟੀ ਹੈ ਤੇ ਅੰਡਾਕਾਰ ਹੈ, ਤੇ ਇੱਕ ਵਿਗਿਆਨੀ ਨੇ ਖੋਜ ਕਰਕੇ ਦੂਰ ਜਾ ਕੇ ਦੱਸ ਦਿੱਤਾ ਕਿ ਧਰਤੀ ਚਪਟੀ ਨਹੀਂ, ਧਰਤੀ ਗੋਲ ਹੈ, ਤਾਂ ਉਸ ਨੂੰ ਤੁਸੀਂ ਬਦਲ ਨਹੀਂ ਸਕਦੇ। ਧਰਤੀ ਵਾਸਤਵ ਵਿੱਚ ਅੱਜ ਵੀ ਗੋਲ ਹੈ। ਜੇ ਲੋਕ ਇਹ ਕਹਿੰਦੇ ਸੀ ਕਿ ਜਿਹੜਾ ਬਰਸਾਤ ਹੈ, ਮੀਂਹ ਹੈ, ਜਿਹੜਾ ਇਹ ਇੰਦਰ ਦੇਵਤਾ ਪਾਉਂਦਾ ਹੈ, ਜਿਹੜਾ ਉਹ ਦੇਵਤਾ ਪਾਵੇਗਾ ਤਾਂ ਮੀਂਹ ਪਵੇਗਾ, ਉਹਦੀ ਪੂਜਾ ਕਰਦੇ ਸੀ, ਤੇ ਵਿਗਿਆਨੀਆਂ ਨੇ ਦੱਸ ਦਿੱਤਾ ਕਿ ਨਹੀਂ ਭਾਈ, ਅਸਲ ਦੇ ਵਿੱਚ ਵਾਤਾਵਰਨ ਜਦੋਂ ਅਜਿਹਾ ਬਣਦਾ ਹੈ ਕਿ ਇਹ ਗਰਮੀ ਦੇ ਨਾਲ ਪਾਣੀ ਕਿਵੇਂ ਦਰਿਆਵਾਂ 'ਚੋਂ ਉੱਠ ਕੇ ਆਕਾਸ਼ ਵਿੱਚ ਜਾ ਕੇ ਕਿਸ ਤਰੀਕੇ ਨਾਲ ਬੱਦਲ ਬਣਦੇ ਹੈ ਤੇ ਕਿਹੜੀਆਂ ਹਵਾਵਾਂ ਚੱਲ ਕੇ ਮੀਂਹ ਪੈਂਦਾ ਹੈ, ਉਸ ਨੂੰ ਕੋਈ ਬਦਲ ਨਹੀਂ ਸਕਦਾ। ਬਰਸਾਤ ਉੱਦਾਂ ਹੀ ਹੋਣੀ ਹੁੰਦੀ ਹੈ, ਉਹ ਉਸੇ ਤਰ੍ਹਾਂ ਹੀ ਹੋਣੀ ਹੁੰਦੀ ਹੈ। ਇਹ ਠੀਕ ਹੈ ਵੀ ਹਵਾ ਦਾ ਰੁੱਖ ਬਹੁਤ ਵੱਡਾ, ਉਹਨੂੰ ਸਪਸ਼ਟ ਤੌਰ 'ਤੇ ਨਹੀਂ ਕਹਿ ਸਕਦਾ, ਪਰ ਬਰਸਾਤ ਆਪਣੇ ਵਾਤਾਵਰਨ ਦੇ ਹਿਸਾਬ ਨਾਲ ਹੀ ਹੋਣੀ ਹੈ, ਇਹਨੂੰ ਕੋਈ ਬਦਲ ਨਹੀਂ ਸਕਦਾ। ਅੱਗੇ ਕਹਿੰਦੇ ਕਿ ਗੁਰੂ ਨਾਨਕ ਦਾ ਜਦੋਂ ਸਿੱਧਾਂ ਨੇ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ, ਇੱਕ ਗੱਲ ਮੈਂ ਇੱਥੇ ਹੋਰ ਵੀ ਕਹਾਂ, ਜਦੋਂ ਕਹਿੰਦੇ ਵਿਗਿਆਨੀਆਂ ਦਾ ਗੁਰੂ, ਵਿਗਿਆਨੀ ਜਿਹੜੇ ਨੇ ਉਹਨਾਂ ਦੀਆਂ ਖੋਜਾਂ ਬਦਲਦੀਆਂ ਰਹਿੰਦੀਆਂ ਤੇ ਉਹਨਾਂ ਨੂੰ ਅਸੀਂ ਝੂਠਾ ਕਹਿ ਸਕਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 695 ਅੰਕ ਦੇ ਉੱਪਰ ਭਗਤ ਤਰਲੋਚਨ ਜੀ ਦਾ ਸ਼ਬਦ ਹੈ, ਉਹ ਸ਼ਬਦ ਨੂੰ ਧਿਆਨ ਨਾਲ ਪੜ੍ਹਿਓ। ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੂ ਕਰ ਮਰੀ। ਅੱਗੇ ਇਸ ਸ਼ਬਦ ਦੇ ਵਿੱਚ 5 ਤਰ੍ਹਾਂ ਦੀਆਂ ਐਗਜ਼ਾਮਪਲਾਂ ਆਉਂਦੀਆਂ, ਉਦਾਹਰਨਾਂ ਜਿਹੜੀਆਂ ਅੱਗੇ ਆ ਰਹੀਆਂ, ਉਹਨਾਂ ਐਗਜ਼ਾਮਪਲਾਂ ਨੂੰ ਜੇ ਕਹੀਏ ਕਿ ਹੂਬਹੂ ਇੱਦਾਂ ਸੱਚ ਮੰਨਣਾ ਤੇ ਉੱਥੇ ਸਾਡੇ ਉੱਪਰ ਸਵਾਲ ਖੜੇ ਹੋਣਗੇ ਕਿ ਤੁਹਾਡੇ ਗੁਰੂ ਨੇ ਗਲਤ ਲਿਖਿਆ ਹੈ, ਕਿਉਂਕਿ ਉਸ ਦੇ ਵਿੱਚ, ਉਸ ਸ਼ਬਦ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ ਚੰਦਰਮਾ ਹੈ ਇਹ ਸ਼ਿਵ ਜੀ ਦੇ ਮੱਥੇ ਤੇ ਲੱਗਿਆ ਹੋਇਆ ਹੈ। ਉਸ ਸ਼ਬਦ ਦੇ ਵਿੱਚ ਲਿਖਿਆ ਹੋਇਆ ਹੈ ਕਿ ਚੰਦਰਮਾ ਗੰਗਾ ਦੇ ਵਿੱਚ ਇਸ਼ਨਾਨ ਕਰਦਾ ਹੈ। ਉਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਹਨੂਮਾਨ ਦੀ ਕਹਾਣੀ, ਉਹਦੇ ਵਿੱਚ ਲਿਖੀ ਹੋਈ ਹੈ ਕਿ ਸ਼ਿਵ ਜੀ ਨੇ ਬ੍ਰਹਮਾ ਦਾ 5ਵਾਂ ਸਿਰ ਕੱਟ ਦਿੱਤਾ ਸੀ ਤੇ ਉਹਦਾ ਪਾਪ ਉਹਨੂੰ ਲੱਗ ਗਿਆ। ਉਹਦੇ ਵਿੱਚ ਲਿਖਿਆ ਹੋਇਆ ਕਿ ਸਮੁੰਦਰ ਖਾਰਾ ਕਿਸੇ ਸ਼ਰਾਪ ਕਰਕੇ ਹੋਇਆ। ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਸੂਰਜ ਦਾ ਇੱਕ ਸਾਰਥੀ ਹੈ, ਸੂਰਜ ਰਥ 'ਤੇ ਚੜ੍ਹਦਾ, ਉਹਦਾ ਇੱਕ ਸਾਰਥੀ ਅਰੁਣ ਹੈ, ਜਿਹੜਾ ਕਿਸੇ ਸ਼ਰਾਪ ਕਰਕੇ ਜਾਂ ਕਿਸੇ ਆਪਣੇ ਕੰਮ ਕਰਕੇ ਪਿੰਗਲਾ ਹੋ ਚੁੱਕਿਆ ਹੈ। ਉਹ ਐਗਜ਼ਾਮਪਲਾਂ ਦਿੱਤੀਆਂ। ਜੇ ਹੂਬਹੂ ਇੱਦਾਂ ਦੀ ਗੱਲ ਕਹੋਗੇ ਕਿ ਨਹੀਂ ਸਾਡੇ ਗੁਰੂਆਂ ਨੇ ਇੱਦਾਂ ਕਿਹਾ ਹੈ, ਜੇ ਸਾਇੰਸਦਾਨਾਂ ਦੀ ਗੱਲ ਨੂੰ ਕਿਹਾ ਜਾ ਸਕਦਾ ਕਿ ਬਦਲ ਸਕਦੀਆਂ ਨੇ, ਤਾਂ ਉਹ ਐਗਜ਼ਾਮਪਲਾਂ, ਉਦਾਹਰਨਾਂ ਸਾਨੂੰ ਕਹਿਣੀਆਂ ਪੈਂਦੀਆਂ ਭਾਈ ਉਹ ਸੱਚੀਆਂ ਨਹੀਂ, ਉਹ ਸਿਰਫ ਸਮਝਾਉਣ ਲਈ ਦੱਸੀਆਂ ਗਈਆਂ। ਸਾਨੂੰ ਇਹ ਕਹਿਣਾ ਪੈਂਦਾ ਜਿਵੇਂ ਤੁਸੀਂ ਕਹਿੰਦੇ ਹੋ ਉੱਦਾਂ ਨਹੀਂ ਮੰਨਿਆ ਜਾਣਾ। ਅੱਗੇ ਕਹਿੰਦੇ ਕਿ ਗੁਰੂ ਨਾਨਕ ਦਾ ਗੁਰੂ ਕੌਣ ਹੈ? ਸ਼ਬਦ ਵਰਤਿਆ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਇਹਦੇ ਅਰਥ ਗੁਰਬਾਣੀ ਸਰਚਰ ਦੇ ਵਿੱਚ ਤੁਸੀਂ ਕਦੇ ਪੜ੍ਹ ਕੇ ਵੇਖਿਓ ਇਸ ਪੰਕਤੀ ਨੂੰ ਕੱਢ ਕੇ।
दो तरह के टीके उहदे विच आउंदे, एक गुरबाणी के अर्थ ते एक टीका। दो तरह के पंजाबी विच अर्थ है तो दोवें वखरे वखरे ने। एक विच तां इह लिखिया गया है कि पार ब्रह्म परमेश्वर जिहड़ा है वो गुरु नानक दा गुरु है, ते पर एक दे विच इह लिखिया होया है कि जिसनूं गुरु मिल पवे उसनूं पता लग जांदा कि परमात्मा प्रभु हर थां ते वसदा है। दोवें इक्को ही ऐप दे विच इक्को थां ते अर्थ लिखे हुए ने, पर दोवें टीकेकारां ने आपो अपने वखरे वखरे अर्थ उत्ते दिते ने। जे उत्थे वखरे वखरे हो सकते हैं तो जिहड़े अजयपाल सिंह तुसीं अर्थ कीते उन्होंने असीं अखीरी क्यों मनीए? असीं अपने तरीके नाल क्यों नहीं सोच सकते जे वो टीकाकार इक्को ऐप दे विच वखरे वखरे अर्थ लिख सकते हैं? अगे कहंदे गुरु नानक साहब नूं सिद्धा ने पुछया सी कवन गुरु जिसका तू चेला, ते अगे उन्होंने जवाब दिता शब्द गुरु सुर तो धुन चेला। ते इत्थे हैरानी वाली गल है जदों शब्द दे अर्थ करन लग्या अजयपाल सिंह, शब्द दे अर्थ की कीते ने? गुरु ग्रंथ साहब दा शब्द, कि गुरु नानक साहब ने कहा है कि जिहड़े गुरु ग्रंथ साहब जिहड़े शब्द लिखे मेरा वो गुरु है। दुबारे उस वीडियो में ध्यान नाल सुनियो कि गुरु नानक साहब ने कहा शब्द गुरु की है जिहड़ा गुरु ग्रंथ साहब 'च लिखिया होया। पर यह क्यों भुल गए कि जदों गुरु नानक साहब नाल गलबात हुई जां उन्होंने अपनी रचनाएं लिखी है उस वेले गुरु ग्रंथ साहब मौजूद नहीं है, उस वेले गुरु अंगद साहब की बाणी भी नहीं है। पंजां गुरुआं जिहड़े गुरु नानक साहब तो बाद आ उन्हां दी बाणी किते भी नहीं है क्योंकि होए नहीं। तो फिर गुरु ग्रंथ साहब की होंद बारे किवें गल कर रहे हो? पर यह भी नाल ख्याल रखियो इत्थे अर्थ की कीते ने? शब्द का मतलब है कि गुरु ग्रंथ साहब का शब्द, ये अर्थ कीते ने यानी अपनी मर्जी दे नाल। पर उत्थे मतलब है शब्द गुरु का भाव है ज्ञान, क्योंकि शब्दों विचों ज्ञान पैदा होंदा है। ज्ञान नूं शब्द कह लो, ज्ञान नूं बाणी कह लो, अर्थ है समझ आउणा, अकल आउणी, जीवन दे विच निजमां नूं समझना। बहुत तरह के शब्द वरते जा सकते हैं, वोकैबलरी वक्री वक्री हो सकती है। हिंदी दे विच पर्यायवाची शब्द कहंदे ने कि इक्को शब्द ने, जिवें पानी नूं पानी भी कहा जाता, नाल उहदे जल कहा जाता, नीर कहा जाता, तोए कहा जाता। किन्ने किन्ने शब्द ने इक्को चीज़ दे, किन्ने किन्ने शब्द उहदे लई वरते जाते हैं। इसे तरह ज्ञान दे कई अर्थ ने, ज्ञान नूं शब्द भी कहा जाएगा, ज्ञान नूं बाणी भी कहा जाएगा, कई तरह के अर्थ ने। अगे कहंदे जैसी में आवे खसम की बाणी तैसड़ा करी ज्ञान मिला लो। ये शब्द अजयपाल सिंह ने वरते तो ये आम लोग वरतते हैं कि ये रब्बी ज्ञान गुरु नानक साहब नूं किते उत्तों रब कोलों इल्हाम हो रहा सी। फिर भाई तुहाडे विच ते इस्लाम नूं मनण वालियां विच की फर्क है? क्योंकि इस्लाम नूं मनण वाले भी ये मनदे ने कि हज़रत मुहम्मद साहब ने जिहड़ी कुरान इत्थे लिखी है, एक किते होर कुरान जिहड़ी 7वें आकाश ते है, उस सोने के पत्तरियां वाली विचों जिहड़े बोल जिहड़े आयतां उत्थों आ रही सी उन्होंने वो अगे उचारते सी ते उहदे घर वाली अगे लिखती सी। यानी जिहड़ी थ्योरी उन्होंने रखी है वही थ्योरी तुसीं इत्थे रखी हुई है। एक हिंदू, मैं इस वेले नाम उहदा भुल गया, मैं मैंशन जरूर करूँगा ये मैं लिंक भी पाऊँगा कमेंट दे विच, कि एक हिंदू प्रचारक जिहड़ा है, हिंदू मत का प्रचारक है, वो एक गल स्पष्ट तौर पर कहता है, कहने लग्या कि दूजे ग्रंथ ते बाद विच लिखे गए आ, जां दूजे ग्रंथां नूं ते जिहड़े उन्हां दे पैगंबर आ उन्हां ने लिखिया, खुद अल्लाह ने नहीं लिखिया। बाइबल खुद गॉड ने नहीं लिखी, ये तो उहदे पैगंबरां ने लिखी है। पर जिहड़ी मेरी गीता है इहनूं ते खुद भगवान ने लिखिया है। यानी कृष्ण नूं भगवान कहंदा ते कहंदा भगवान ने लिखिया। जे ये गल कह के आपां कहांगे कि गुरुआं ने आप बाणी लिखी है, इस गल दा भार असीं पावांगे, तां अगले कहंदे आ कि असल दे विच साडी गीता ते खुद रब ने आप उचारी आ, रब दे बंदे ने नहीं, रब दे पैगंबर ने नहीं, रब ने ही उचार दी। यानी वो भी आपो अपनी दलीलां इस तरह दिंदे ने। अकाल पुरख कहंदे गल्लां करदे ने बाणी दे विच साडे नाल। अजयपाल सिंह कहंदे कि गुरबाणी दे विच अकाल पुरख साडे नाल गल्लां करदे ने जिहड़े निर्गुण रूप है। हुण निर्गुण ते सरगुण की व्याख्या भी अजयपाल सिंह ने दे विच कीती है कि जिहड़ा निर्गुण है वो अकाल पुरख है ते जिहड़ा सरगुण है वो गुरु है। हुण इत्थे जरूर ये दस दिओ कि जे निर्गुण अकाल पुरख है जिहदा कोई आकार नहीं है, ते सरगुण गुरु ग्रंथ साहब है जां बाणी है, तां फिर जिहड़ी कुदरत विच बणीਆਂ होईयां चीज़ां ये किहदे नाल जोड़ोगे? ये निर्गुण नाल जोड़ोगे कि इन्हां नूं सरगुण कहोगे?
एक पासे ते ये गल फैलाई गई कि एक वाहिगुरू जिहड़ा है वो निर्गुण, जिहड़ा दिखदा नहीं, जिहड़ा दिखदा होया पसारा है, आ सूरज चंद पहाड़ जिन्नी कुदरत में जो कुछ भी है ये सरगुण रूप है। दूजे पासे कही जाने हो कि गुरु ग्रंथ साहब सरगुण रूप है, गुरबाणी सरगुण रूप है। सही रूप दसो कि सरगुण है कि आ कुदरत विच समाया होया सारा कुदरत बनी हुई इनू सरगुण कहोगे या तुसीं गुरु ग्रंथ साहब नूं सरगुण कहोगे? जे गुरु ग्रंथ साहब नूं सरगुण कहोगे जां ये शब्दां नूं गुरु ग्रंथ साहब नूं सरगुण गुरु कहोगे तां फिर 1469 तो पहलां जदों बाणी गुरु नानक ने नहीं उचारी उदों गुरु कित्थे सी, उदों सरगुण रूप किधर सी, उदों फिर गुरु कित्थे सी जिहड़ा कहा जांदा सतगुर मेरा सदा सदा ना आवे ना जाए। अगे कहंदे वाह वाह बाणी निरंकार है तिस जेवड़ अवर ना कोई। ये शब्द वरतते ने बार बार कि बाणी जी निरंकार है, यानी बाणी रब है, पर यह भुल जाते वाह वाह बाणी निरंकार है। हुण इहनूं सीधा जे सौखे जे अर्थ समझ लो। बाणी का मतलब कहांगे जे ज्ञान, ते अगे शब्द आउंदा निरंकार यानी आकार तो रहत। ज्ञान का कोई आकार नहीं हुंदा। वाह वाह बाणी निरंकार है, सौखा जिहा अर्थ है। बाणी का अर्थ जे ज्ञान लवांगे तो वास्तव दे विच ज्ञान का आकार नहीं हुंदा। अखरां का आकार हो सकता है, कागज़ां का आकार हो सकता है, लेकिन ज्ञान का आकार नहीं हुंदा। कदे कोई ज्ञान का आकार नहीं हुंदा। बोली का भाषा का आकार बना सकते हैं लिख के असीं, ज्ञान का आकार नहीं हुंदा। ते जे कहांगे बाणी का अर्थ इत्थे ज्ञान, तो बाणी वास्तव विच ज्ञान है ते ज्ञान निरंकार है, आकार तो रहत है। पर जे ये कहांगे कि इत्थे बाणी गुरु ग्रंथ साहब दी है तो फिर वो निरंकार नहीं हो सकती, क्योंकि गुरु ग्रंथ साहब आकार है। गुरु ग्रंथ साहब के 1430 पन्ने आ, ये लिखे हुए शब्दों का भी आकार है, ये बनी हुई स्याही का भी आकार है। ये सारे आकार वाले निरंकार नहीं है, आकार तो रहत नहीं है, क्योंकि निरंकार के अर्थ तुसीं हमेशा आकार तो रहत करते हो। जे आकार तो रहत है तो वह ज्ञान आकार तो रहत होंदा है, क्योंकि ज्ञान का आकार नहीं हुंदा। वाह वाह बाणी निरंकार है। असीं मनदे हां गुरु ग्रंथ साहब जी की बाणी का सत्कार शायद तुहाडे नालों वध करदे होईए। असीं गुरु ग्रंथ साहब का सत्कार जे तुसीं ये सोचदे हो, जे तुसीं ये मनदे हो कि राधा स्वामी चले गए जी दूर, असीं भी चले जाइए, तो तुहाडा भुलेखा अपने मन दे विचों कढ दिओ। असीं गुरु ग्रंथ साहब जी नूं छड्ड के, गुरबाणी नूं छड्ड के किते भी दूर नहीं जावांगे। अपने मन दे वलवले जिहड़े अपने अंदर ही दबा लो। असीं गुरु ग्रंथ साहब दे दा सत्कार जिद्दां करदे हैं इदां ही करते रहांगे, पर जे असीं अर्थ करांगे तो उत्थे तुसीं कोई दूजे पासों नहीं जमे होए। जिवें कबीर साहब ने शब्द कहे ने ना, जो तो ब्राह्मण ब्राह्मणी जाए तो आन बाट काहे नहीं आया। तो तुसीं कोई होर तरफों नहीं जमे, तुसीं कोई होर गुरु दे सिख नहीं बन गए, जिहड़ा होर कोई तरीका नहीं है तुहाडा, होर राह नहीं आए तुसीं जिहड़े सानूं अज रोकोगे कि तुसीं ये अर्थ क्यों कीते। पर यह गल स्पष्ट समझ लो, जे बाणी नूं निरंकार कहा तो उत्थे बाणी का मतलब ज्ञान होवेगा, बाणी का मतलब लिखे हुए शब्द नहीं होणगे। हाँ, गुरु ग्रंथ साहब के लिखे हुए शब्दों विचों मिलदा सानूं ज्ञान है। असीं गुरु ग्रंथ साहब नूं गुरु कहने आ क्योंकि इहदे विच लिखी हुई बाणी विचों मिलदा सानूं ज्ञान है। वो ज्ञान ही गुरु है, वो ज्ञान अज गुरु ग्रंथ साहब विचों मिल रहा है। तो यह गुरु ग्रंथ साहब का ज्ञान सानूं मोबाइल विच लिखी हुई जिहड़ी बनी हुई ऐप है उहदे विच लिखी हुई बाणी, उहदे कागज़ नहीं है, उहदे उत्ते रमाला नहीं पाया होया, उहदे कोई शाही नहीं दा लिखी हुई डिजिटल है, तो उहदे विचों भी वह ज्ञान उदां ही मिलता है। जिन्ना सत्कार बाहर दिखते हुए गुरु ग्रंथ साहब जिहड़ा प्रकाश कीता हुंदा है उन्ना मिलता है, उन्ना ज्ञान ही सानूं मोबाइल विच बनी हुई ऐप विचों भी मिलता है। ये वक्री गल है कि पूजा का सिस्टम चला लिया जी इदां इदां, सारा वो कहानी वक्री है। पर इत्थे गुरु ग्रंथ साहब का सत्कार तुहाडे नालों असीं घट नहीं, असीं सत्कार अपने मन दे विच हो सकदा तुहाडे नालों वध करदे होईए। तुहाडे तरह असीं इहदे तों धन नहीं कमाउणा। कहने आ गुरु ग्रंथ साहब नूं जरिया, ग्रंथ नूं जरिया कहने आ, ज्ञान नूं जरिया नहीं कहंदे। ग्रंथ जरिया है ज्ञान दा, ते ज्ञान है शब्द, शब्द है गुरु, ज्ञान है बाणी, बाणी है गुरु, बाणी गुरु, गुरु है बाणी, विच बाणी अमृत सारे। वाहिगुरू जी का खालसा, वाहिगुरू जी की फतेह।